ਕਿਤੇ ਵੇਖੋ ਕਿਸੇ ਦੀ ਜ਼ਰੂਰਤ ਹੈ ਕਿਤੇ ਕਿ ਜਿਹੜਾ ਇਸਲਾਮ ਧਰਮ ਦਾ ਮੁਕੱਦਸ ਸਥਾਨ ਹੈ ਖਾਨਾ ਕਾਬਾ ਕੋਈ ਉਸ ਦਾ ਮਾਡਲ ਤਿਆਰ ਕਰ ਦੇ। ਸੋ ਕਿਤੇ ਕਿਸੇ ਦੀ ਜ਼ਰੂਰਤ ਹੈ ਕਿ ਕੋਈ ਉਹਨਾਂ ਦੇ ਦੁਨੀਆ ਦੇ ਉੱਪਰ ਨਕਲੀ ਮਾਡਲ ਤਿਆਰ ਕਰ ਸਕੇ। ਸੋ ਜੇਕਰ ਦੱਸਣਾ ਹੀ ਹੈ ਤਾਂ ਫਿਰ ਕਿਤੇ ਨਾ ਕਿਤੇ ਉੱਥੇ ਸਾਡੇ ਪੁਰਾਣੇ ਜਿਹੜਾ ਸਰਕਾਰੇ ਖਾਲਸਾ ਸੀ ਉਹਦਾ ਨਕਸ਼ਾ ਲਾ ਕੇ ਰਣਜੀਤ ਸਿੰਘ ਦਾ ਇਤਿਹਾਸ ਲਿਖ ਦਿਓ। ਤਾਂ ਕਿਉਂ ਨਹੀਂ ਜਮਰੌਦ ਦਾ ਕਿਲੇ ਦਾ ਮਾਡਲ ਤਿਆਰ ਕਰਕੇ ਉੱਥੇ ਹਰੀ ਸਿੰਘ ਨਲੂਏ ਦਾ ਇਤਿਹਾਸ ਲਿਖ ਦਿੱਤਾ ਜਾਂਦਾ। ਬਹੁਤ ਹੀ ਸਤਿਕਾਰਯੋਗ ਗੁਰੂ ਰੂਪ ਗੁਰੂ ਸਾਰੇ ਖਾਲਸਾ ਜੀਓ, ਆਓ ਸਭ ਤੋਂ ਪਹਿਲਾਂ ਗੁਰਦੇਵ ਪਾਤਸ਼ਾਹ ਦੀ ਬਖਸ਼ਿਸ਼ ਪਵਿੱਤਰ ਫਤਿਹ ਬੁਲੰਦ ਕਰੀਏ। ਬਹੁਤ ਹੀ ਪਿਆਰ ਔਰ ਸਤਿਕਾਰ ਸਹਿਤ ਆਖਣਾ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਕਸਰ ਅਸੀਂ ਸਾਰੇ ਲੋਕ ਹੀ ਤਕਰੀਬਨ ਜਿੰਨੇ ਕੁ ਅੱਜ ਕੱਲ੍ਹ ਮੀਡੀਆ ਦੇ ਨਾਲ ਜੁੜੇ ਹੋਏ ਆ, ਜਿਹੜੇ ਵਰਤਾਰੇ ਦੁਨੀਆ 'ਚ ਕਿਤੇ ਵੀ ਵਾਪਰਦੇ ਨੇ ਉਹਦੇ ਨਾਲ ਸੰਬੰਧਿਤ ਖਬਰਾਂ ਸਾਡੇ ਤੱਕ ਇੱਕਦਮ ਪਹੁੰਚ ਜਾਂਦੀਆਂ ਨੇ। ਗਾਹੇ ਬਗਾਹੇ ਜਦੋਂ ਅਸੀਂ ਜਥੇਬੰਦਕ ਜਾਂ ਸੰਗਠਿਤ ਰੂਪ ਦੇ ਵਿੱਚ ਉਸ ਦੇ ਖਿਲਾਫ ਆਵਾਜ਼ ਵੀ ਉਠਾਉਂਦੇ ਹਾਂ ਤਾਂ ਕੁਝ ਇਵੇਂ ਦੇ ਮਸਲੇ ਹੁੰਦੇ ਨੇ ਜਿਹੜੇ ਹੱਲ ਵੀ ਹੋ ਜਾਂਦੇ ਨੇ। ਪਰ ਮੈਂ ਸੋਚਦਾ ਹਾਂ ਕਿ ਕੁਛ ਤੌਰ 'ਤੇ ਜਾਂ ਵਕਤੀ ਤੌਰ ਦੇ ਉੱਪਰ ਮਸਲੇ ਦਾ ਹੱਲ ਹੋ ਜਾਣਾ ਕੋਈ ਇੰਨੀ ਵੱਡੀ ਅਹਿਮੀਅਤ ਨਹੀਂ ਰੱਖਦਾ ਜਦੋਂ ਤੱਕ ਕਿ ਉਸ ਦਾ ਸਦੀਵੀ ਹੱਲ ਨਾ ਲੱਭਿਆ ਜਾਵੇ। ਮਿਸਾਲ ਦੇ ਤੌਰ 'ਤੇ ਕੱਲ੍ਹ ਪਰਸੋਂ ਤੁਸੀਂ ਇਹ ਖਬਰ ਸੁਣੀ ਹੋਵੇਗੀ ਕਿ ਮਿਊਨਿਸਪਲ ਕਮੇਟੀ ਦਿੱਲੀ ਦੇ ਵੱਲੋਂ ਪੰਜਾਬੀ ਬਾਗ ਏਰੀਏ ਦੇ ਵਿੱਚ ਇੱਕ ਜਿਹੜਾ ਬਾਗ ਕਹਿ ਸਕਦੇ ਹੋ, ਗਾਰਡਨ ਕਹਿ ਸਕਦੇ ਹੋ, ਪਾਰਕ ਕਹਿ ਸਕਦੇ ਹੋ, ਉਸ ਦੇ ਵਿੱਚ ਸਾਰੇ ਹਿੰਦੁਸਤਾਨ ਦੇ ਸੱਭਿਆਚਾਰਾਂ ਨੂੰ ਜਾਂ ਜਿਹੜੀਆਂ ਹਿੰਦੁਸਤਾਨ ਦੀਆਂ ਕਹਿ ਸਕਦੇ ਹੋ ਕਿ ਕਿਸੇ ਨਾ ਕਿਸੇ ਰੂਪ ਦੇ ਵਿੱਚ ਲੋਕਾਂ ਦੀ ਖਿੱਚ ਦਾ ਕਾਰਨ ਜਿਹੜੀਆਂ ਪ੍ਰਸਿੱਧ ਇਮਾਰਤਾਂ ਨੇ ਉਹਨਾਂ ਦੇ ਜਿਹੜੇ ਆ ਮਾਡਲ ਤਿਆਰ ਕੀਤੇ ਗਏ ਔਰ ਉਹਨਾਂ ਦੇ ਵਿੱਚ ਸ੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਦਾ ਮਾਡਲ ਵੀ ਤਿਆਰ ਕੀਤਾ ਗਿਆ। ਚੇਤਨਤਾ ਔਰ ਕਹਿ ਸਕਦੇ ਹੋ ਕਿ ਅੱਜ ਮੀਡੀਆ ਦੀ ਕਿਤੇ ਨਾ ਕਿਤੇ ਇੱਕ ਵੱਡੀ ਭੂਮਿਕਾ ਕਿ ਕੁਝ ਚੇਤਨ ਸਿੱਖਾਂ ਨੇ ਉਸ ਗੱਲ ਦਾ ਮਸਲਾ ਇੱਕਦਮ ਉਠਾਇਆ ਤੇ ਅਗਲੇ ਦਿਨ ਜਾਨੀ ਕਿ ਕੱਲ੍ਹ ਬੀਤਿਆ ਕੱਲ੍ਹ ਜਿਹੜਾ ਉਹਨਾਂ ਨੇ ਉਸ ਮਾਡਲ ਨੂੰ ਉੱਥੋਂ ਹਟਾਉਣਾ ਸ਼ੁਰੂ ਕਰ ਦਿੱਤਾ। ਠੀਕ ਹੈ, ਉਹਨਾਂ ਨੇ ਪਹਿਲਾਂ ਬਣਾਇਆ, ਪਤਾ ਲੱਗਾ ਕਿ ਇਸ ਦੇ ਨਾਲ ਸਿੱਖਾਂ ਦੇ ਜਜ਼ਬਾਤਾਂ ਨੂੰ ਸਖਤ ਠੇਸ ਪਹੁੰਚਦੀ ਹੈ, ਉਹਨਾਂ ਨੇ ਹਟਾ ਲਿਆ। ਹੁਣ ਪਹਿਲੀ ਸੋਚਣ ਵਾਲੀ ਗੱਲ ਤਾਂ ਇਹ ਹੈ ਕਿ ਇਹ ਵਰਤਾਰਾ ਕੋਈ ਪਹਿਲੀ ਵਾਰ ਨਹੀਂ ਵਾਪਰਿਆ। ਮੈਂ ਆਪਣੀ ਲਿਖੀ ਕਿਤਾਬ ਤੱਬੇ ਰੋਸ ਜਾਗਿਓ ਦੇ ਵਿੱਚ 2002 ਦੇ ਵਿੱਚ ਇਸ ਤਰ੍ਹਾਂ ਦੇ ਇੱਕ ਮੱਧ ਪ੍ਰਦੇਸ਼ ਦੇ ਵਿੱਚ ਵਰਤਾਰੇ ਦਾ ਜ਼ਿਕਰ ਕੀਤਾ ਸੀ। ਜਦੋਂ ਜਿਨ੍ਹਾਂ ਦਿਨਾਂ ਦੇ ਵਿੱਚ ਉਹ ਲੋਕ ਦੇਵੀ ਪੂਜਾ ਕਰਦੇ ਨੇ ਉਹਨਾਂ ਦਿਨਾਂ ਦੇ ਵਿੱਚ ਇੱਕ ਪੰਡਾਲ ਜਿਹੜਾ ਸੀ ਉਹ ਬਿਲਕੁਲ ਹਰਿਮੰਦਰ ਸਾਹਿਬ ਦੀ ਸ਼ਕਲ ਦਾ ਤਿਆਰ ਕੀਤਾ ਗਿਆ ਸੀ, ਬਿਲਕੁਲ ਦਰਬਾਰ ਸਾਹਿਬ ਵਰਗਾ। ਮੇਰੀ ਉਸ ਕਿਤਾਬ ਦੇ ਵਿੱਚ ਉਸ ਦੀਆਂ ਤਸਵੀਰਾਂ ਵੀ ਨੇ। ਉਸ ਤੋਂ ਬਾਅਦ ਅਜੇ 2 ਸਾਲ ਲੰਘੇ ਨੇ ਤੇ ਵੈਸਟ ਬੰਗਾਲ ਦੇ ਕੋਲਕਾਤਾ ਦੇ ਵਿੱਚ ਵੀ ਬਿਲਕੁਲ ਉਸੇ ਤਰ੍ਹਾਂ ਦੇਵੀ ਪੂਜਾ ਦੇ ਸਮੇਂ ਸ੍ਰੀ ਦਰਬਾਰ ਸਾਹਿਬ ਦੀ ਬਿਲਕੁਲ ਨਕਲ ਕਰਦਿਆਂ ਹੋਇਆਂ ਪੰਡਾਲ ਤਿਆਰ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਿਸ ਦੀ ਸਿੱਖਾਂ ਨੇ ਵਿਰੋਧਤਾ ਕੀਤੀ। ਹੁਣ ਫਿਰ ਇਸੇ ਤਰ੍ਹਾਂ ਹੀ ਹੋਇਆ ਹੈ ਤੇ ਇਹ 1-2 ਵਾਰੀ ਨਹੀਂ ਹੋਇਆ, ਬਲਕਿ ਮੈਨੂੰ ਇੰਝ ਲੱਗਦਾ ਹੈ ਕਿ ਬਾਰ-ਬਾਰ ਸਿੱਖਾਂ ਦੇ ਜਜ਼ਬਾਤਾਂ ਨੂੰ ਠੇਸ ਪਹੁੰਚਾ ਕੇ ਉਹਨਾਂ ਦੇ ਜਜ਼ਬਾਤਾਂ ਦਾ ਤਾਪਮਾਨ ਜਿਹੜਾ ਉਹ ਚੈੱਕ ਕੀਤਾ ਜਾਂਦਾ ਹੈ, ਉਸ ਨੂੰ ਪਰਖਿਆ ਜਾਂਦਾ ਹੈ ਕਿ ਕੀ ਅਜੇ ਇਹ ਇਸ ਚੀਜ਼ ਦੀ ਵਿਰੋਧਤਾ ਕਰਦੇ ਨੇ ਜਾਂ ਹੌਲੀ-ਹੌਲੀ ਜਿਹੜੀ ਅਸੀਮੀਲੇਸ਼ਨ ਹੈ, ਆਪਣੇ ਆਪ ਦੇ ਵਿੱਚ ਕਹਿ ਸਕਦੇ ਹੋ ਕਿ ਅਸੀਮੀਲੇਟ ਕਰ ਲੈਣਾ, ਆਪਣੇ ਆਪ ਨੂੰ ਜਜ਼ਬ ਕਰ ਲੈਣਾ ਕਿਸੇ ਕੌਮ ਨੂੰ, ਜਾਂ ਫਿਰ ਸਿੱਖ ਉਸ ਪਾਸੇ ਵੱਧ ਰਹੇ ਨੇ। ਹੁਣ ਜੇਕਰ ਤੁਸੀਂ ਉੱਥੇ ਜਿਹੜੇ ਬਾਕੀ ਤਿਆਰ ਕੀਤੇ ਗਏ ਵੱਖ-ਵੱਖ ਪੁਰਾਤਨ ਇਮਾਰਤਾਂ ਦੇ ਮਾਡਲ ਸੀ ਜਾਂ ਜਿਹੜੀ ਉਹਨਾਂ ਦੀ ਨਕਲ ਤਿਆਰ ਕੀਤੀ ਗਈ ਸੀ, ਜੇ ਤੁਸੀਂ ਉਹਨਾਂ ਦੇ ਬਾਰੇ ਵੇਖੋ ਔਰ ਦੂਸਰੇ ਪਾਸੇ ਰੂਹਾਨੀਅਤ ਦੇ ਪੱਧਰ ਤੋਂ ਸ੍ਰੀ ਦਰਬਾਰ ਸਾਹਿਬ ਦੀ ਅਹਿਮੀਅਤ ਵੇਖੋ ਤਾਂ ਮੇਰੇ ਖਿਆਲ ਦੇ ਨਾਲ ਸਿੱਖ ਤਾਂ ਕੀ ਇੱਕ ਗੈਰ ਸਿੱਖ ਵੀ ਇਸ ਗੱਲ ਨੂੰ ਤਸਲੀਮ ਕਰੇਗਾ ਕਿ ਸੱਚਮੁੱਚ ਹੀ ਇੱਕ ਬਹੁਤ ਵੱਡੀ ਗਲਤੀ ਸੀ ਜਾਂ ਜਿਸ ਨੂੰ ਗੁਨਾਹ ਕਿਹਾ ਜਾ ਸਕਦਾ ਉਹ ਸੀ। ਹੁਣ ਤੁਸੀਂ ਵੇਖੋ ਕਿ ਉੱਥੇ ਇੱਕ ਤਾਂ ਬਣਾਇਆ ਗਿਆ ਕੁਤਬ ਮੀਨਾਰ। ਹੁਣ ਜਿਹੜਾ ਕੁਤਬ ਮੀਨਾਰ ਹੈ, ਜੇਕਰ ਉਸ ਦੇ ਬਾਰੇ ਅਸੀਂ ਉਹਦੀ ਕਹਿ ਸਕਦੇ ਹੋ ਕਿ ਪੁਰਾਤਨਤਾ ਵੱਲ ਜਾਈਏ ਤਾਂ ਬੇਸ਼ੱਕ ਬਹੁਤ ਪੁਰਾਣਾ ਜਿਹੜਾ ਕੁਤਬਦੀਨ ਐਬਕ ਦੇ ਸਮੇਂ ਦਾ ਬਣਿਆ ਹੋਇਆ ਉਹ ਮੀਨਾਰ ਹੈ। ਔਰ ਇਹ ਵੀ ਕਿਹਾ ਜਾਂਦਾ ਹੈ ਕਿ ਉਹ ਜਿਹੜਾ ਮੀਨਾਰ ਹੈ ਉਸ ਤੋਂ 1 ਦਹਾਕੇ ਪਹਿਲਾਂ ਜਿਹੜਾ ਅਫਗਾਨਿਸਤਾਨ ਦੇ ਵਿੱਚ ਇੱਕ ਮੀਨਾਰੇ ਜਾਮ ਬਣਿਆ ਸੀ ਉਹ ਉਸ ਦੀ ਜਿਹੜੀ ਹੈ ਨਕਲ ਦੇ ਰੂਪ ਦੇ ਵਿੱਚ ਹੈ। ਪਰ ਜਿੱਥੇ ਵੀ ਇਹ ਮੀਨਾਰ ਕਿਹਾ ਜਾਂਦਾ ਹੈ ਕਿ ਸਥਾਪਿਤ ਕੀਤੇ ਗਏ, ਉੱਥੇ ਇਸਲਾਮੀ ਸਲਤਨਤ ਜਿਹੜੀ ਹੈ
ਉਹਨੇ ਜੇਤੂ ਦੇ ਰੂਪ ਦੇ ਵਿੱਚ ਲੋਕਾਂ ਦੇ ਸਾਹਮਣੇ ਆਪਣੇ ਆਪ ਨੂੰ ਪੇਸ਼ ਕੀਤਾ ਔਰ ਆਉਣ ਵਾਲੀ ਪੀੜ੍ਹੀ ਦੇ ਵਾਸਤੇ ਆਪਣੀਆਂ ਨਿਸ਼ਾਨੀਆਂ ਜਿਹੜੀਆਂ ਸੀਗੀਆਂ ਉਹ ਐਜ਼ ਇੱਕ ਜਿੱਤ ਦੇ ਮਨਾਰ ਜਾਂ ਜਿੱਤ ਦੇ ਚਿੰਨ੍ਹ ਦੇ ਵਜੋਂ ਲੋਕਾਂ ਦੇ ਸਾਹਮਣੇ ਰੱਖੀਆਂ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਪਤਾ ਰਵੇ ਕਿ ਇਸ ਖਿੱਤੇ ਦੇ ਵਿੱਚ ਅਸੀਂ ਇਸ ਧਰਮ ਦੇ ਜਾਂ ਇਸ ਮਜ਼ਹਬ ਦੇ ਲੋਕ ਜਿਹੜੇ ਸੀ ਉਹਨਾਂ ਨੇ ਰਾਜ ਕੀਤਾ। ਇਸ ਤਰ੍ਹਾਂ ਬਹੁਤ ਹੋਰ ਵੀ ਜਗ੍ਹਾ ਦੇ ਉੱਪਰ ਬਣਾਏ ਗਏ ਨੇ, ਪਰ ਉਹ ਕੋਈ ਧਾਰਮਿਕ ਜਗ੍ਹਾ ਨਹੀਂ ਹੈ। ਉੱਥੇ ਸਾਡੇ ਮੁਸਲਮਾਨ ਵੀਰ ਜਿਹੜੇ ਕੋਈ ਨਮਾਜ਼ ਪੜ੍ਹਨ ਨਹੀਂ ਜਾਂਦੇ, ਜਾਂ ਉੱਥੇ ਹੋਰ ਮਸਜਿਦਾਂ ਹੈ ਨੇ ਕੁਤਬ ਮੀਨਾਰ ਦੇ ਨਾਲ ਤੁਸੀਂ ਜਾ ਕੇ ਵੇਖੋ, ਪਰ ਇਸ ਤਰ੍ਹਾਂ ਨਹੀਂ ਹੈ ਕਿ ਉਹਨਾਂ ਦਾ ਕੋਈ ਧਾਰਮਿਕ ਸਥਾਨ ਹੋਵੇ। ਇਸੇ ਤਰ੍ਹਾਂ ਹੁਣ ਦੂਸਰਾ ਜੇ ਲੈ ਲਈਏ ਤੇ ਗੇਟਵੇ ਆਫ ਇੰਡੀਆ ਬੰਬੇ ਦੇ ਵਿੱਚ ਇੱਕ ਉਹਦੀ ਨਕਲ ਉੱਥੇ ਤਿਆਰ ਕੀਤੀ ਗਈ। ਹੁਣ ਮੈਂ ਤੇ ਕਈ ਵਾਰੀ ਹੈਰਾਨ ਰਹਿ ਜਾਂਦਾ ਕਿ ਗੇਟਵੇ ਆਫ ਇੰਡੀਆ ਦੇ ਪੁਰਾਤਨ ਇਤਿਹਾਸ ਨੂੰ ਤਾਂ ਪੜ੍ਹ ਕੇ ਵੇਖੀਓ ਕਿ ਹੈ ਕੀ ਹੈ। ਉਹ ਬਣਾਇਆ ਤੇ ਗਿਆ ਸੀਗਾ ਕਿ ਜਿਸ ਵੇਲੇ ਇੰਗਲੈਂਡ ਦੇ ਕਿੰਗ ਜਾਰਜ 5ਵੇਂ ਨੇ ਤੇ ਉਸ ਦੀ ਘਰ ਵਾਲੀ ਰਾਣੀ ਮੈਰੀ ਨੇ ਹਿੰਦੁਸਤਾਨ ਦੇ ਵਿੱਚ ਆਉਣਾ ਸੀ, ਜਦੋਂ ਇਹ ਦੇਸ਼ ਗੁਲਾਮ ਸੀ, ਤੇ ਉਹਨਾਂ ਨੇ ਬਤੌਰ ਰਾਜਾ ਔਰ ਰਾਣੀ ਆਉਣਾ ਸੀ ਇੱਥੇ, ਤੇ ਉਹਨਾਂ ਦੇ ਸਵਾਗਤ ਕਰਨ ਦੇ ਵਾਸਤੇ ਜਾਂ ਉਹਨਾਂ ਦੀ ਆਮਦ ਦੀ ਯਾਦ ਦੇ ਵਿੱਚ ਕਿ ਉਹ ਹਿੰਦੁਸਤਾਨ ਦੇ ਲੋਕਾਂ ਨੂੰ ਪਤਾ ਰਵੇ ਕਿ ਕਿੰਗ ਜਾਰਜ 5ਵਾਂ ਤੇ ਉਸ ਦੀ ਰਾਣੀ ਮੈਰੀ ਜਿਹੜੇ ਸੀਗੀ ਉਹ ਹਿੰਦੁਸਤਾਨ ਦੇ ਵਿੱਚ ਆਏ ਸੀ, ਉਹਨਾਂ ਦੀ ਯਾਦ ਦੇ ਵਿੱਚ ਇਹ ਜਿਹੜਾ ਬਣਾਇਆ ਗਿਆ ਸੀਗਾ। ਔਰ ਜੇ ਤੁਹਾਨੂੰ ਹੋਰ ਵੀ ਯਾਦ ਹੋਵੇ, ਵੈਸੇ ਤਾਂ ਮੈਂ ਇਸ ਦੇ ਉੱਪਰ ਇੱਕ ਲੇਖ ਲਿਖ ਚੁੱਕਾ ਸੀਗਾ ਕਾਫੀ ਸਮਾਂ ਪਹਿਲਾਂ। ਜਦੋਂ ਕਿੰਗ ਜਾਰਜ 5ਵਾਂ ਇੱਥੇ ਆਇਆ ਹੈ ਤਾਂ ਉਸ ਵੇਲੇ ਹੀ ਰਵਿੰਦਰ ਨਾਥ ਟੈਗੋਰ ਨੇ ਜਿਹੜਾ ਅੱਜ ਦਾ ਸਾਡਾ ਰਾਸ਼ਟਰੀ ਗੀਤ ਹੈ ਉਹਨੂੰ ਪੜ੍ਹਿਆ ਸੀਗਾ, ਔਰ ਇਹਦੇ 'ਚ ਜਿੰਨੀਆਂ ਵੀ ਗੱਲਾਂ ਨੇ ਕਿ ਤਬ ਸ਼ੁਭ ਨਾਮੇ ਜਾਗੇ ਤਬ ਸ਼ੁਭ ਆਸ਼ੀਸ਼ ਮੰਗੇ, ਕਿ ਅਸੀਂ ਤੇਰੇ ਨਾਮ ਦੇ ਨਾਲ ਜਾਗਦੇ ਹਾਂ, ਤੇਰੇ ਤੋਂ ਅਸੀਸ ਮੰਗਦੇ ਹਾਂ, ਉਹ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਭਾਰਤ ਭਾਗਿਆ ਵਿਧਾਤਾ ਉੱਥੇ ਕਿੰਗ ਜਾਰਜ 5ਵੇਂ ਨੂੰ ਕਿਹਾ ਗਿਆ। ਜੇਕਰ ਤੁਸੀਂ ਇਸ ਸਾਰੇ ਰਾਸ਼ਟਰੀ ਗੀਤ ਦੇ ਵਿੱਚੋਂ ਧਿਆਨ ਦੇ ਨਾਲ ਅਧਿਐਨ ਕਰੋ ਤਾਂ ਤੁਹਾਡੇ ਸਾਹਮਣੇ ਇਹ ਗੱਲ ਵੀ ਆਵੇਗੀ ਕਿ ਪੰਜਾਬ, ਸਿੰਧ, ਗੁਜਰਾਤ, ਮਰਾਠਾ, ਹੁਣ ਜਿਹੜਾ ਸਿੰਧ ਹੈ ਉਹ ਤਾਂ ਇਸ ਵੇਲੇ ਹਿੰਦੁਸਤਾਨ ਦਾ ਹਿੱਸਾ ਵੀ ਨਹੀਂ ਹੈਗਾ, ਉਹ ਤਾਂ ਜਦੋਂ ਅੰਗਰੇਜ਼ਾਂ ਦੇ ਅਧੀਨ ਇਹ ਦੇਸ਼ ਸੀ ਉਦੋਂ ਇਸ ਦੇਸ਼ ਦਾ ਹਿੱਸਾ ਸੀ। ਸੋ ਇੱਕ ਉਸ ਦਾ ਜਿਹੜਾ ਉਹ ਉੱਥੇ ਕਹਿ ਸਕਦੇ ਹੋ ਕਿ ਨਕਲੀ ਮਾਡਲ ਤਿਆਰ ਕੀਤਾ ਗਿਆ ਸੀ। ਤੀਸਰਾ ਤਿਆਰ ਕੀਤਾ ਗਿਆ ਤਾਜ ਮਹਲ ਦਾ, ਆਗਰੇ ਦੇ ਵਿੱਚ ਹੈ, ਜਿਹੜਾ ਜਿਸ ਨੂੰ ਬਣਾਉਣ ਵਾਲੇ ਜਿਹੜੇ ਸੀਗੇ ਉਸ ਵੇਲੇ ਉਸਤਾਦ ਮੁਹੰਮਦ ਲਾਹੌਰੀ, ਉਹਨਾਂ ਨੇ ਪਹਿਲਾਂ ਇਸ ਦਾ ਨਾਮ ਰੋਜ਼ਾ ਏ ਮੁਨੱਵਰ ਰੱਖਿਆ ਸੀਗਾ, ਜਿਹਨੂੰ ਕਹਿ ਸਕਦੇ ਹੋ ਰੋਸ਼ਨੀ ਦਾ ਸਤੰਭ। ਤੇ ਇਹ ਆ ਜਾ ਕੇ ਹੈ ਤਾਂ ਇੱਕ ਬਾਦਸ਼ਾਹ ਸ਼ਾਹਜਹਾਨ ਦੀ ਪਤਨੀ ਮੁਮਤਾਜ਼ ਮਹਲ ਦੀ ਜਿਹੜੀ ਇੱਕ ਕਬਰ ਹੈ ਮੁਮਤਾਜ਼ ਮਹਲ ਦੀ। ਸੋ ਉੱਥੇ ਵੀ ਜੇਕਰ ਤੁਸੀਂ ਵੇਖੋ ਤਾਂ ਉਹ ਵੀ ਕੋਈ ਮੁਕੱਦਸ ਜਾਂ ਪਵਿੱਤਰ ਸਥਾਨ ਨਹੀਂ ਹੈ ਕਿ ਜਿੱਥੇ ਜਾ ਕੇ ਕੋਈ ਵੀ ਜਾਂ ਕਿਸੇ ਵੀ ਮਸਜਿਦ ਦੇ ਨਾਲ ਸੰਬੰਧਿਤ ਵੀਰ ਉੱਥੇ ਆਪਣੀ ਕਹਿ ਸਕਦੇ ਕਿ ਕੋਈ ਧਰਮ ਦੀ ਕਿਰਿਆ ਜਾਂ ਕੋਈ ਧਰਮ ਦੀ ਪੂਜਾ ਅਰਚਨਾ ਕਰਦਾ ਹੋਵੇ, ਜਾਂ ਸਾਡੇ ਕੋਈ ਇਸਲਾਮਿਕ ਵੀਰ ਉੱਥੇ ਜਾ ਕੇ ਨਮਾਜ਼ ਅਦਾ ਕਰਦੇ ਹੋਣ। ਉੱਥੇ ਵੀ ਮਸਜਿਦ ਅਲੱਗ ਬਣੀ ਹੋਈ ਹੈ। ਸੋ ਵੈਸੇ ਤਾਂ ਕਿਤੇ ਸਾਹਿਰ ਲੁਧਿਆਣਵੀ ਨੂੰ ਪੜ੍ਹਨ ਦਾ ਮੌਕਾ ਮਿਲੇ, ਉਹਨੇ ਬਹੁਤ ਵਧੀਆ ਗੱਲ ਲਿਖੀ ਹੈ ਆਪਣੀ ਇੱਕ ਰਚਨਾ ਦੇ ਵਿੱਚ। ਕਹਿੰਦਾ ਤਾਜ ਤੇਰੇ ਲੀਏ मजहरे उल्फत ही सही, तुझको इस वादी रंगी से अकीदत ही सही, मेरे महबूब कहीं और मिला कर मुझसे। फिर अगे एक बहुत प्यारी गल लिखता, कहता मेरे महबूब पसे पर्दा तशहीर वफा, तूने सतवत के निशानों को तो देखा होता, मुर्दा शाहों के मुकाबिर में बहलने वाली अपने तारीक मकानों को तो देखा होता। ਮੁਰਦਾ ਸ਼ਾਹੋਂ ਕੇ ਮੁਕਾਬਰ, ਕਿ ਮੁਰਦੇ ਲੋਕਾਂ ਦੇ ਮਕਬਰੇ, ਖੁਦ ਸਾਹਿਰ ਲੁਧਿਆਣਵੀ ਨੇ ਉੱਥੇ ਲਿਖਿਆ। ਹੁਣ ਤੁਸੀਂ ਵੇਖੋ ਕਿ ਜਿੱਥੇ ਇੱਕ ਮੁਰਦੇ ਲੋਕਾਂ ਦੇ ਮਕਬਰੇ ਦੀ ਗੱਲ ਹੋਵੇ, ਜਿੱਥੇ ਇੱਕ ਜੇਤੂ ਸ਼ਾਸਕ ਦੀ ਆਮਦ ਤੇ ਦੂਜੇ ਦੇ ਜੇਤੂ ਸ਼ਾਸਕ ਵੱਲੋਂ ਹਿੰਦੁਸਤਾਨ ਨੂੰ ਜਿੱਤਣ ਦੇ ਬਾਰੇ ਆਪਣੇ ਮਜ਼ਹਬ ਦਾ ਚਿੰਨ੍ਹ ਪੈਦਾ ਕੀਤਾ ਹੋਵੇ, ਜਾਂ ਉਹਨਾਂ ਦੀਆਂ ਕਹਿ ਸਕਦੇ ਹੋ ਤਾਂ ਬਤੌਰ ਜਿਸ ਤਰ੍ਹਾਂ ਉਹਨਾਂ ਨੂੰ ਦਰਜੇ ਵੀ ਮਿਲੇ ਹੋਏ ਨੇ ਵਿਸ਼ਵ ਵਿਰਾਸਤ ਦੇ ਰੂਪ ਦੇ ਵਿੱਚ, ਤੁਸੀਂ ਉਹਨਾਂ ਨੂੰ ਤਾਂ ਉੱਥੇ ਕਹਿ ਸਕਦੇ ਹੋ ਕਿ ਲੋਕਾਂ ਨੂੰ ਵਿਖਾਉਣ ਦੇ ਵਾਸਤੇ ਉਹਨਾਂ ਦੇ ਨਕਲੀ ਮਾਡਲ ਤਾਂ ਤਿਆਰ ਕਰ ਸਕਦੇ ਹੋ, ਪਰ ਸ੍ਰੀ ਦਰਬਾਰ ਸਾਹਿਬ ਦਾ ਇਸ ਤਰ੍ਹਾਂ ਦੇ ਨਾਲ ਮਾਡਲ ਤਿਆਰ ਕਰਕੇ ਨਹੀਂ ਰੱਖਿਆ ਜਾ ਸਕਦਾ। ਇਹ ਵੱਖਰੀ ਗੱਲ ਹੈ ਕਿ ਹੁਣ ਚੁੱਕ ਲਿਆ ਗਿਆ, ਪਰ ਕਿਤੇ ਦਰਬਾਰ ਸਾਹਿਬ ਦਾ ਜਿਹੜਾ ਰੂਹਾਨੀ ਮਰਕਜ਼ ਹੈ ਜਾਂ ਜਿਹੜਾ ਉਹਦਾ ਰੂਹਾਨੀ ਓਜ਼ ਹੈ, ਜਾਂ ਦਰਬਾਰ ਸਾਹਿਬ ਦਾ ਜਿਹੜਾ ਅਸੀਂ ਕਹਿੰਦੇ ਕਿ ਦਰਬਾਰ ਸਾਹਿਬ ਸਿੱਖਾਂ ਨੂੰ ਆਤਮਿਕ ਬਲ ਬਖਸ਼ਿਸ਼ ਕਰਦਾ ਹੈ, ਕਿਤੇ ਪੁਰਾਤਨ ਸਰੋਤਾਂ ਨੂੰ ਅਸੀਂ ਪੜ੍ਹ ਕੇ ਤਾਂ ਵੇਖੀਏ ਕਿ ਜਦੋਂ ਇੱਥੋਂ ਤੱਕ ਕਿ ਜਦੋਂ ਹਿੰਦੁਸਤਾਨ ਦੇ ਉੱਪਰ ਜੇਤੂ ਹੋਇਆ ਬਾਦਸ਼ਾਹ ਵੀ ਲਾਹੌਰ ਦੇ ਗਵਰਨਰ ਨੂੰ ਪੁੱਛਦਾ ਹੈ ਕਿ ਸਿੱਖਾਂ ਦੀ ਤਾਕਤ ਦਾ ਰਾਜ਼ ਕੀ ਹੈ, ਤੇ ਉਹ ਕਹਿੰਦਾ ਹੈ ਕਿ ਮੁਰਸ਼ਦ ਇਨਕਾ ਵਲੀ ਭਇਓ ਹੈ, ਇਨਕੋ ਆਬੇ ਹਯਾਤ ਦਿਓ ਹੈ। ਬੇਸ਼ੱਕ ਦਰਬਾਰ ਸਾਹਿਬ ਦੇ ਉੱਪਰ ਬਹੁਤ ਸਾਰੇ ਜਿਹੜੇ ਕਹਿ ਸਕਦੇ ਹੋ ਕਿ ਬਾਹਰੋਂ ਆਏ ਹਮਲਾਵਰ ਜਿਹੜੇ ਨੇ ਉਹ ਹਮਲੇ ਕਰਦੇ ਰਹੇ ਨੇ, ਪਰ ਸਿੱਖ ਤਾਂ ਇਸ ਦੇ ਵਾਸਤੇ ਜਾਨਾਂ ਹੂਲ ਕੇ ਲੜਦੇ ਰਹੇ ਨੇ, ਇਸ
ਇਸ ਸਦੀ ਤੱਕ ਅਨੇਕਾਂ ਮਿਸਾਲਾਂ ਜਿਹੜੀਆਂ ਸਿੱਖਾਂ ਨੇ ਕਾਇਮ ਕੀਤੀਆਂ ਨੇ। ਸੋ ਜੇ ਤੁਸੀਂ ਚਾਹੁੰਦੇ ਹੋ ਕਿ ਸੱਚਮੁੱਚ ਉੱਥੇ ਕਿਸੇ ਤਰ੍ਹਾਂ ਦੇ ਨਾਲ ਪੰਜਾਬ ਦੇ ਵੀ ਪੱਖ ਨੂੰ ਵਿਖਾਉਣਾ ਹੈ ਤਾਂ ਕਿਉਂ ਨਹੀਂ ਜਮਰੌਦ ਦਾ ਕਿਲ੍ਹੇ ਦਾ ਮਾਡਲ ਤਿਆਰ ਕਰਕੇ ਉੱਥੇ ਹਰੀ ਸਿੰਘ ਨਲੂਏ ਦਾ ਇਤਿਹਾਸ ਲਿਖ ਦਿੱਤਾ ਜਾਂਦਾ ਕਿ ਜੇ ਕਿਤੇ ਇਹ ਸਰਦਾਰ ਦਰਾਏ ਖੈਬਰ ਦੇ ਇਲਾਕੇ ਦੇ ਵਿੱਚ ਜਮਦੌਰ ਦਾ ਕਿਲ੍ਹਾ ਸਿਰਜ ਕੇ ਉਸ ਸਮੇਂ ਦੇ ਜਿਹੜੇ ਧਾੜਵੀ ਸੀ ਉਹਨਾਂ ਨੂੰ ਠੱਲ ਨਾ ਪਾਉਂਦਾ ਤੇ ਸ਼ਾਇਦ ਅੱਜ ਹਿੰਦੁਸਤਾਨ ਕਦੀ ਵੀ ਇਸ ਨਕਸ਼ੇ ਦੇ ਰੂਪ ਦੇ ਵਿੱਚ ਨਾ ਹੁੰਦਾ ਤੇ ਪੰਜਾਬ ਅੱਜ ਅਫਗਾਨਿਸਤਾਨ ਦਾ ਹਿੱਸਾ ਹੁੰਦਾ। ਸੋ ਜੇਕਰ ਦੱਸਣਾ ਹੀ ਹੈ ਤਾਂ ਫਿਰ ਕਿਤੇ ਨਾ ਕਿਤੇ ਉੱਥੇ ਸਾਡੇ ਪੁਰਾਣੇ ਜਿਹੜਾ ਸਰਕਾਰੇ ਖਾਲਸਾ ਸੀ ਉਹਦਾ ਨਕਸ਼ਾ ਲਾ ਕੇ ਰਣਜੀਤ ਸਿੰਘ ਦਾ ਇਤਿਹਾਸ ਲਿਖ ਦਿਓ ਕਿ ਆਹ ਰਾਜ ਸੀ ਜਿਸ ਦੇ ਬਾਰੇ ਅੰਗਰੇਜ਼ ਵੀ ਜਿਹੜੇ ਸੀ ਉਹ ਅੱਖ ਚੁੱਕਣ ਤੋਂ ਕਹਿ ਸਕਦੇ ਹੋ ਡਰਦੇ ਸੀ। ਤਾਂ ਜਿੰਨੇ ਸੱਭਿਆਚਾਰ ਜਿੰਨੇ ਧਰਮਾਂ ਦੇ ਵਿੱਚ ਪ੍ਰਫੁੱਲਤ ਹੋਏ ਨੇ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਉਹ ਤਾਂ ਜਿਹੜੇ ਗੈਰ ਸਿੱਖ ਨੇ ਉਹ ਵੀ ਉਹਨਾਂ ਦੀਆਂ ਸਿਫਤਾਂ ਕਰਦੇ ਨੇ। ਸੋ ਕਿਤੇ ਨਾ ਕਿਤੇ ਸਾਨੂੰ ਇਸ ਗੱਲ ਨੂੰ ਸਮਝਣ ਦੀ ਲੋੜ ਹੈ ਕਿ ਬਾਰ-ਬਾਰ ਸਾਡੇ ਜਜ਼ਬਾਤਾਂ ਦਾ ਹੀ ਤਾਪਮਾਨ ਕਿਉਂ ਪਰਖਿਆ ਜਾਂਦਾ ਹੈ। ਕਿਤੇ ਵੇਖੋ ਕਿਸੇ ਦੀ ਜ਼ਰੂਰਤ ਹੈ ਕਿਤੇ ਕਿ ਜਿਹੜਾ ਇਸਲਾਮ ਧਰਮ ਦਾ ਮੁਕੱਦਸ ਸਥਾਨ ਹੈ ਖਾਨਾ ਕਾਬਾ ਕੋਈ ਉਸ ਦਾ ਮਾਡਲ ਤਿਆਰ ਕਰਦੇ। ਤੁਸੀਂ ਵੇਖਦੇ ਹੋ ਨਾ ਤਸਵੀਰਾਂ ਦੇ ਵਿੱਚ ਜਿਸ ਉਸ ਪਵਿੱਤਰ ਕਹਿ ਸਕਦੇ ਹੋ ਕਿ ਤਾਮੀਰ ਕੀਤੀ ਇਮਾਰਤ ਨੂੰ ਜਿਹੜਾ ਇੱਕ ਬਹੁਤ ਮਹਿੰਗੇ ਕਾਲੇ ਕੱਪੜੇ ਦੇ ਗਿਲਾਫ ਦੇ ਵਿੱਚ ਢੱਕਿਆ ਹੁੰਦਾ ਤੇ ਉਹ ਜਿੱਥੇ ਸੰਗੇ ਅਸਦ ਵੀ ਉਹਨਾਂ ਦਾ ਇਸਲਾਮ ਧਰਮ ਦਾ ਪਵਿੱਤਰ ਜਿਹੜਾ ਪੱਥਰ ਜਿਹੜਾ ਉੱਥੇ ਪਿਆ ਹੋਇਆ। ਸੋ ਕਿਤੇ ਕਿਸੇ ਦੀ ਜ਼ਰੂਰਤ ਹੈ ਕਿ ਕੋਈ ਉਹਨਾਂ ਦੇ ਦੁਨੀਆ ਦੇ ਉੱਪਰ ਨਕਲੀ ਮਾਡਲ ਤਿਆਰ ਕਰ ਸਕੇ। ਬਾਰ-ਬਾਰ ਸਾਨੂੰ ਇਸ ਕਰਕੇ ਉਕਸਾਇਆ ਜਾਂਦਾ ਹੈ ਕਿ ਕਿਤੇ ਨਾ ਕਿਤੇ ਅਸੀਂ ਰਾਜਨੀਤਿਕ ਤੌਰ ਤੇ ਧਾਰਮਿਕ ਤੌਰ ਤੇ ਸਮਾਜਿਕ ਤੌਰ ਤੇ ਅਸੀਂ ਆਪਣੇ ਧਰਮ ਦੀਆਂ ਜਿਹੜੀਆਂ ਕਹਿ ਸਕਦੇ ਕਿ ਮੂਲ ਭਾਵਨਾਵਾਂ ਨੇ ਉਹਨਾਂ ਤੋਂ ਹੌਲੀ-ਹੌਲੀ ਦੂਰ ਹੁੰਦੇ ਜਾ ਰਹੇ ਹਾਂ। ਸੋ ਸਾਡਾ ਫਰਜ਼ ਬਣਦਾ ਹੈ ਕਿ ਇਹਨਾਂ ਚੀਜ਼ਾਂ ਤੋਂ ਸੁਚੇਤ ਹੋਈਏ ਤੇ ਆਉਣ ਵਾਲੀ ਕੌਮੀਅਤ ਜਾਂ ਪੀੜ੍ਹੀ ਨੂੰ ਵੀ ਸੁਚੇਤ ਕਰਨ ਦਾ ਯਤਨ ਕਰੀਏ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ। ਫਤਿਹ ਦੀ ਸਾਂਝ ਪਿਆਰ ਸਹਿਤ ਆਖਣਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।